हाँ जी, मुद्रा की है? मन के दो ਸਰੂਪ ਨੇ, ਇਹੋ ਮਨ ਸ਼ਕਤੀ, ਇਹੋ ਮਨ ਸਿਓ। ਗਾੜੀ ਹੋਰ ਵੀ ਹੈ ਨਾ ਸਰੂਪ ਨੇ ਜੋ ਵੀ, ਬਾਕੀ ਆਪਾਂ ਇਹਨਾਂ ਦੋਵਾਂ 'ਤੇ ਕੌਨਸਨਟਰੇਟ ਕਰੀਏ, ਪਹਿਲਾਂ ਇਹਨਾਂ ਨੂੰ ਸਮਝੀਏ ਕਿਉਂ ਇਹਨਾਂ ਤੋਂ ਪਤਾ ਲੱਗੂਗਾ ਕਿ ਮੁਦਰਾ ਕੀ ਹੈ ਅਤੇ ਮੁਦਰੇ ਦੀ ਕੀ ਜ਼ਰੂਰਤ ਆ। ਤੋ ਇਹੋ ਮਨ ਸ਼ਕਤੀ, ਇਹ ਮਨ ਸਿਓ। ਮਨ ਜਦੋਂ ਆਪਣੇ ਸਰੀਰ ਦੇ ਵਿੱਚ ਹੈ, ਠੀਕ ਹੈ ਨਾ, ਪਹਿਲੀ ਤਾਂ ਗੱਲ ਮਨ ਜਿਹੜਾ ਦਿਮਾਗ 'ਚ ਨਹੀਂ ਹੈ, ਮਨ ਸਰੀਰ 'ਚ ਹੈ, ਠੀਕ। ਮਨ ਔਰ ਮਨ ਮਾਇੰਡ ਵੀ ਨਹੀਂ ਹੈ, ਮਾਇੰਡ ਕੁਝ ਹੋਰ ਹੈ। ਆਪਾਂ ਇੰਗਲਿਸ਼ ਟਰਾਂਸਲੇਸ਼ਨ ਕਰ ਦਿੰਦੇ ਹਾਂ, ਮਨ ਮੀਨਸ ਮਾਇੰਡ, ਬਟ ਮਨ ਕੁਝ ਹੋਰ ਹੈ। ਮਨ ਕੀ ਹੈ? ਮਨ ਹੈ ਬੁੱਧੀ, ਚਿੱਤ, ਅਹੰਕਾਰ ਅਤੇ ਮਨ, ਇਹ ਕਲੈਕਟਿਵਲੀ ਇਹਨੂੰ ਕਹਿੰਦੇ ਨੇ ਅੰਤःਕਰਨ। ਅਤੇ ਜਿਹੜਾ ਮਨ ਦਾ ਸਰੂਪ ਹੈ, ਦਿਮਾਗ 'ਚ ਬੁੱਧੀ ਆ, ਦਿਮਾਗ 'ਚ ਬੁੱਧੀ ਆ, ਸਰੀਰ 'ਚ ਮਨ ਹੈ। ਜਬ ਨਖ ਸਿੱਖ ਇਹੋ ਮਨ ਚੀਨਾ, ਮਹਾਰਾਜ ਕਹਿੰਦੇ ਨੇ, ਤਾਂ ਤਬ ਅੰਤਰ ਮਜਨ ਕੀਨਾ। ਤੋ ਮਨ ਜਿਹੜਾ ਹੈ ਇਹ ਸਾਰੇ ਸਰੀਰ ਦੇ ਵਿੱਚ ਫੈਲਿਆ ਹੋਇਆ ਹੈ। ਇਹ ਮਨ ਦਾ ਸ਼ਕਤੀ ਸਰੂਪ ਹੈ। ਤੁਹਾਡੇ ਅੱਖਾਂ 'ਚ, ਹੱਥਾਂ 'ਚ, ਜ਼ਬਾਨ 'ਚ, ਰੋਮ ਰੋਮ ਵਿੱਚ ਮਨ ਹੈ, ਸਿਰ ਤੋਂ ਪੈਰਾਂ ਤੱਕ। ਇਹ ਸ਼ਕਤੀ ਸਰੂਪ ਹੈ ਮਨ ਦਾ। ਫਿਰ ਇੱਕ ਮਨ ਦਾ ਸ਼ਿਵ ਸਰੂਪ ਹੈ। ਉਹ ਕੀ ਹੈ? ਜੋ ਬਾਹਰ ਦਾ ਪਸਾਰਾ ਹੈ, ਜੋ ਪਿੰਡ 'ਚ ਹੈ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ। ਜੋ ਪਿੰਡ 'ਚ ਹੈ ਉਹ ਸ਼ਕਤੀ ਸਰੂਪ ਮਨ ਹੈ। ਉਹ ਜੋ ਬ੍ਰਹਮੰਡ 'ਚ ਹੈ ਉਹ ਸ਼ਿਵ ਸਰੂਪ ਮਨ ਹੈ। ਤੋ ਲੋਕਲਾਈਜ਼ਡ ਕੌਨਸ਼ੀਅਸਨੈਸ, ਲੋਕਲਾਈਜ਼ਡ ਅਵੇਅਰਨੈਸ ਅਤੇ ਆਲ ਪ੍ਰਵੇਡਿੰਗ ਅਵੇਅਰਨੈਸ, ਪਿੰਡ ਅਤੇ ਬ੍ਰਹਮੰਡ, ਠੀਕ। ਔਰ ਇਹ ਜਿਹੜਾ ਮਨ ਹੈ ਇਹ ਕਬਹੂ ਤੋਂ ਜਿਹੜਾ ਊਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜਿਹੜਾ ਥਿਰ ਨਾ ਰਹਿਤ ਹੈ, ਚਾਰੇ ਕੁੰਟਾਂ ਪਾਲੇ। ਇਹ ਘੁੰਮਦਾ ਫਿਰਦਾ ਹੈ। ਇਹਨੂੰ ਸੈੱਟ ਕਰਨ ਵਾਸਤੇ, ਇਹਨੂੰ ਇਕਾਗਰ ਕਰਨ ਵਾਸਤੇ ਵੱਖ ਵੱਖ ਮੁਦਰਾਸ, ਵੱਖ ਵੱਖ ਆਸਣ ਔਰ ਵੱਖ ਵੱਖ ਪਵਨ ਦੀ, ਪ੍ਰਾਣਾਂ ਦੀ ਸਿੱਧੀ ਕਰਨੀ ਪੈਂਦੀ ਹੈ। ਮਹਾਰਾਜ ਕਹਿੰਦੇ ਨੇ ਪਵਨ ਨਾ ਸਾਧਿਆ, ਸੱਚ ਨਾ ਆਰਾਧਿਆ। ਤੋ ਪਵਨ ਦੀ ਸਿੱਧੀ, ਫਿਰ ਆਸਣ ਦੀ ਸਿੱਧੀ, ਔਰ ਉਸ ਤੋਂ ਬਾਅਦ ਫਿਰ ਮੁਦਰਾ, ਔਰ ਫਿਰ ਮੰਤਰ, ਫਿਰ ਅੱਖਾਂ ਦੀ ਦ੍ਰਿਸ਼ਟੀ। ਇਹਦੇ 'ਚ ਮਨ ਜ਼ਿਆਦਾ ਪ੍ਰਵਾਹਿਤ ਇੰਝ ਹੁੰਦਾ ਹੈ। ਜਦੋਂ ਆਪਾਂ ਬੋਲਦੇ ਹਾਂ ਅਤੇ ਬੋਲਣ ਦੇ ਨਾਲ ਨਾਲ ਸਾਡੇ ਹੱਥ ਹਿਲਦੇ ਨੇ, ਅੱਖਾਂ ਹਿਲਦੀਆਂ ਨੇ, ਜ਼ਬਾਨ 'ਤੇ ਹਿੱਲਣੀ ਹੈ, ਸਰੀਰ ਵੀ ਹਿਲਦਾ ਹੈ। ਤੋ ਮਨ ਜਿਹੜਾ ਹੈ ਇਹ ਰੋਮ ਰੋਮ ਵਿੱਚ ਵਿਕਸਿਤ ਹੋ ਰਿਹਾ ਹੈ। ਇਹਨੂੰ ਇਕਾਗਰ ਕਰਨ ਦੀ, ਸਾਵਧਾਨ ਇਕਾਗਰ ਚੀਤ ਵਾਸਤੇ ਵੱਖ ਵੱਖ ਐਂਕਰਿੰਗ ਪੁਆਇੰਟਸ, ਵੱਖ ਵੱਖ ਸੀਲਸ, ਮੁੰਦਾਵਣੀਆਂ, ਮੁਦਾਵਣੀ, ਠੀਕ, ਉਹ ਵਰਤੀਆਂ ਜਾਂਦੀਆਂ ਨੇ, ਸੀਲਸ। ਉਹਨਾਂ 'ਚੋਂ ਮੁਦਰਾ ਜਿਹੜਾ ਹੈ, ਹੱਥਾਂ ਦੇ ਗੈਸਚਰ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿ ਲਾਂਗੇ ਹੈਂਡ ਗੈਸਚਰਸ, ਟੋਟਲ 84 ਲੱਖ ਮੁਦਰੇ ਨੇ, ਜਿਨ੍ਹਾਂ 'ਚੋਂ 11 ਮੇਨ ਮੁਦਰੇ ਨੇ। ਔਰ ਇਹਨਾਂ 11 'ਚੋਂ ਜਿਹੜੇ ਮੇਨ ਨੇ ਉਹ ਸਭ ਤੋਂ ਪਹਿਲਾਂ ਹੈ ਅੰਜਲੀ ਮੁਦਰਾ। ਮਹਾਰਾਜ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਅੰਜਲੀ ਮੁਦਰਾ, ਜਿਹਨੂੰ ਆਪਾਂ ਹੱਥ ਜੋੜਦੇ ਹਾਂ, ਉਹਨੂੰ ਕਹਿੰਦੇ ਨੇ ਅੰਜਲੀ ਮੁਦਰਾ। ਫਿਰ ਆਉਂਦਾ ਹੈ ਗਿਆਨ ਮੁਦਰਾ। ਗਿਆਨ ਮੁਦਰਾ ਮਹਾਰਾਜ ਬਾਣੀ 'ਚ ਵੀ ਕਹਿੰਦੇ ਨੇ, ਗਿਆਨ ਕੀ ਮੁਦਰਾ ਕਵਨ ਅਵਧੂ, ਸਿੱਧ ਕੀ ਕਵਨ ਕਮਾਈ, ਠੀਕ। ਇੱਕ ਤਾਂ ਹੋਰ ਮਹਾਰਾਜ ਕਹਿੰਦੇ ਨੇ, ਗਿਆਨ ਕੀ ਮੁਦਰਾ ਕਵਨ ਕਥੀਅਲੇ, ਘਟ ਘਟ ਕਵਨ ਨਿਵਾਸੋ। ਤੋ ਕਲੈਕਟਿਵਲੀ ਮਹਾਰਾਜ ਮੁਦਰਿਆਂ ਦਾ ਜ਼ਿਕਰ ਬਹੁਤ ਕਰਦੇ ਨੇ। ਇੱਕ ਫਿਰ ਹੋਰ ਆ ਬਹੁਤ ਬਿਊਟੀਫੁਲ ਮੁਦਰਾ ਹੈ ਜਿਹਦਾ ਨਾਂ ਹੈ ਭਗਉਤੀ ਮੁਦਰਾ, ਅਤੇ ਮਹਾਰਾਜ ਬਾਣੀ 'ਚ ਵੀ ਜ਼ਿਕਰ ਕਰਦੇ ਨੇ, ਭਗਉਤੀ ਮੁਦਰਾ ਮਨ ਮੋਹਿਆ ਮਾਇਆ। ਅਤੇ ਇੱਕ ਤਾਂ ਕਬੀਰ ਜੀ ਦੀ ਬਾਣੀ 'ਚ ਵੀ ਕਬੀਰ ਜੀ ਕਹਿੰਦੇ ਨੇ, ਮੁਦਰਾ ਮਦਕ ਸਹਿਜ ਤੁਨ ਲਾਗੀ, ਸੁਖ ਮਨ ਪੋਚਨ ਹਾਰੀ ਰੇ। ਜਦੋਂ ਨਸ਼ਾਈ ਹਕੀਕੀ ਜਦੋਂ ਅੰਦਰ ਪੈਦਾ ਹੁੰਦਾ ਹੈ, ਅੰਦਰ ਗਿਆਨ ਦਾ ਜੋ ਅੰਮ੍ਰਿਤ ਹੈ ਉਹ ਜਦੋਂ ਪੈਦਾ ਹੁੰਦਾ ਹੈ, ਉਹਦਾ ਸਾਦਾ ਵੇਰਵਾ ਦਿੱਤਾ ਗਿਆ ਹੈ ਉੱਥੇ, ਵੀ ਕਿਵੇਂ ਮਨ ਨੂੰ ਇਕਾਗਰ ਕਰਨਾ ਹੈ। ਜੋ ਅੰਦਰ ਸ਼ਕਤੀ ਸਰੂਪ ਮਨ ਹੈ ਉਹਨੂੰ ਸ਼ਿਵ ਸਰੂਪ ਦੇ ਨਾਲ ਕਿਵੇਂ ਜੋੜਨਾ ਹੈ। ਅੰਤਰ ਬਾਹਿਰ ਹਰ ਪ੍ਰਭ ਇੱਕ।
ਉਹਦਾ ਅਨੁਭਵ ਕਰਨ ਵਾਸਤੇ ਉਸ ਰੋਮ ਰੋਮ ਵਿੱਚ 72,000 ਨਾੜੀਆਂ ਵਿੱਚ ਬਟੂਆ ਇੱਕ 72 ਆਧਾਰੀ 72,000 ਨਾੜੀਆਂ 'ਚ ਮਨ ਵਿਕਸਿਤ ਹੈ, मन प्रवाहित है। शक्ति मैंने जो हिल रही है, शिव मैंने जो स्थिर है। तो ਜਦੋਂ ਪਵਨ ਅੰਦਰ ਜਾਂਦੀ ਹੈ, ਪਵਨ ਅੰਦਰ ਜਾਂਦੀ ਹੈ, ਪ੍ਰਾਣ ਵਾਯੂ ਜਦੋਂ ਅੰਦਰ ਜਾਂਦੇ ਹਨ ਤਾਂ ਪਿੰਡ ਦਾ ਜੋ ਸਰੀਰ ਦਾ ਜੋ ਮਕੈਨਿਕਸ ਆ ਆਟੋਮੈਟਿਕਲੀ ਇੱਕ ਪਵਨ ਜੋ ਹੈ, ਇੱਕ ਪ੍ਰਾਣ ਜੋ ਹੈ ਪੰਜਾਂ ਪ੍ਰਾਣਾਂ 'ਚ ਵਿਕਸਿਤ ਹੋ ਜਾਂਦਾ ਹੈ। ਪੰਜ ਪ੍ਰਮਾਣ, ਪੰਜ ਪ੍ਰਧਾਨ, ਪੰਛੇ ਪਾਵੇ ਦਰਗਹਿ ਮਾਨ, ਉਹ ਪੰਜ ਪ੍ਰਾਣਾਂ 'ਚ ਵਿਕਸਿਤ ਹੋ ਜਾਂਦਾ ਹੈ। ਉਹ ਹੈ ਪ੍ਰਾਣ, ਅਪਾਨ, ਸਮਾਨ, ਉਦਿਆਨ ਤੇ ਵਿਆਨ। ਫਿਰ ਇਹ ਪੰਜ ਪ੍ਰਾਣ 72,000 ਨਾੜੀਆਂ 'ਚ ਚੱਲਣ ਲੱਗ ਪੈਂਦੇ ਨੇ। ਉਹਨੂੰ ਕਹਿੰਦੇ ਨੇ ਜੀਵ। ਪ੍ਰਾਣ ਜੋ ਹੈ ਆਤਮ ਸਰੂਪ ਹੈ, ਕਿਉਂਕਿ ਜਿਹੜਾ ਪ੍ਰਾਣ ਹੈ ਪ੍ਰਾਣਪਤੀ ਤੋਂ ਆਇਆ ਹੈ। ਇਹ ਸਤਚਿਤ ਆਨੰਦ ਸਰੂਪ ਹੈ। ਪਰ ਜਦੋਂ ਹੀ ਦੇਹ ਦੇ ਅੰਦਰ ਗਿਆ, ਸਰੀਰ ਦੇ ਅੰਦਰ ਗਿਆ, ਪ੍ਰਾਣ ਜਿਹੜਾ ਹੈ ਆਟੋਮੈਟਿਕਲੀ ਪੰਜਾਂ ਸਰੂਪਾਂ 'ਚ ਵੰਡਿਆ ਗਿਆ। ਤਾਂ ਇੱਕ ਜਿਹੜਾ ਹੈ ਪਹਿਲਾਂ ਸਭ ਤੋਂ ਪਹਿਲਾਂ ਮਾਇਆ ਰੂਪੀ ਜੋ ਸਰੀਰ ਹੈ, ਜੋ ਪਿੰਡ ਹੈ, ਇੱਕ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪੰਜਾਂ 'ਚ ਕਰਦਾ ਹੈ। ਫਿਰ ਪੰਜ ਜਿਹੜੇ ਨੇ ਅੱਗੇ 72,000 ਨਾੜੀਆਂ ਦੇ ਵਿੱਚ ਪ੍ਰਵਾਹਿਤ ਹੁੰਦੇ ਨੇ। ਔਰ ਫਿਰ 72,000 ਨਾੜੀਆਂ 'ਚੋਂ 52 ਧੁਨੀਆਂ, ਨਾਦ ਗੂੰਜਦੇ ਨੇ। ਠੀਕ, ਇਸ ਪਿੰਡ ਦੇ ਵਿੱਚ ਫਿਰ ਉਸ ਇੱਕ ਪਵਨ ਜੋ ਹੈ ਪੰਜ ਸਰੂਪ ਧਾਰ ਕੇ ਏਕ ਤੋਂ ਅਨੇਕ ਪਇਓ। ਇਹ ਅਨੇਕਤਾ ਦੀ ਗੱਲ ਆ ਗਈ ਬਸ। ਤੋ 72,000 ਨਾੜੀਆਂ 'ਚ ਵਿਕਸਿਤ ਹੋ ਕੇ ਫਿਰ 52 ਅੱਖਰ ਲੋਕ ਤਰੈ ਸਭ ਕਿਛ ਇਨਹੀ ਮਾਹੇ ਗੁਰਬਾਣੀ। ਤੋ 52 ਸਾਊਂਡਸ ਜਿਹੜੇ ਨੇ ਉਹ ਅੰਦਰ ਪੈਦਾ ਹੁੰਦੇ ਨੇ। ਉਹ ਇਸ ਸਰੀਰ ਦਾ ਸੰਚਾਲਨ ਕਰਦੇ ਨੇ। ਤੋ ਸ਼ਬਦ ਸਾਨੂੰ ਸਸਟੇਨ ਕਰ ਰਿਹਾ ਹੈ। frequencies, vibrations ਜੋ ਹਨ is the source of your existence. The blueprint of life is sound. ਤੋ ਇਹ ਜੋ ਧੁਨੀਆਂ ਨੇ ਇਹ they are not synchronized ਨਹੀਂ ਗੀਆਂ। ਕੁਝ ਵੀ ਅੰਦਰ ਸਿੰਕਰੋਨਾਈਜ਼ ਨਹੀਂ ਗਾ, ਆਪੋ ਆਪਣੀ ਚਾਲ 'ਚ ਚੱਲ ਰਿਹਾ ਹੈ। ਕਬਹੂ ਤੋਂ ਜੀੜਾ ਉਹ ਵਿਚੜਦਾ ਹੈ, ਕਬਹੂ ਜਾਏ ਪਿਆਲੇ, ਕਦੀ ਕਿਤੇ ਕਦੀ ਕਿਤੇ। ਜਦੋਂ ਤੁਸੀਂ ਇੱਥੇ ਹੋ ਤੁਸੀਂ ਉੱਥੇ ਜਾਣਾ ਚਾਹੁੰਦੇ ਜੇ, ਉੱਥੇ ਇੱਥੇ ਆਉਣਾ ਚਾਹੁੰਦੇ ਜੋ। ਝਗੜਾ ਏਕ ਨਬੇੜੋ ਰਾਮ, ਅੰਦਰ ਇੱਕ ਝਗੜਾ ਚੱਲ ਰਿਹਾ। ਝਗੜਾ ਕਰਦਿਆਂ ਅਨ ਦਿਨ ਗੁਦਰਾ। ਉਹ ਕਾਰਨ ਕੀ? ਕਿਉਂਕਿ ਪ੍ਰਾਣ ਜਿਹੜੇ ਹਨ ਉਹ ਇਕਾਗਰ ਨਹੀਂ ਗੇ। ਇਹਨਾਂ ਪ੍ਰਾਣਾਂ ਨੂੰ ਇਕਾਗਰ ਕਰਨ ਵਾਸਤੇ ਸਾਧੂ ਜਨਾਂ ਨੇ, ਸਤਪੁਰਸ਼ਾਂ ਨੇ ਕੁਝ ਵਿਧੀਆਂ, ਕੁਝ ਟੂਲਸ, ਕੁਝ ਟੈਕਨੀਕਸ ਦਿੱਤੇ ਨੇ। ਉਹਨਾਂ ਟੈਕਨੀਕਸ ਦੇ ਵਿੱਚ ਇੱਕ ਟੈਕਨੀਕ ਹੈ ਮੁਦਰਾ। ਅੱਖਾਂ ਨੂੰ ਐਸਟੈਬਲਿਸ਼ ਕਰਨਾ, ਉਹਨੂੰ ਕਹਿੰਦੇ ਨੇ ਦ੍ਰਿਸ਼ਟੀ। ਫਿਰ ਸੁਰਤ ਨੂੰ ਐਸਟੈਬਲਿਸ਼ ਕਰਨਾ, ਉਹ ਕੇਚਰੀ, ਭੂਚਰੀ, ਚਾਚਰੀ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਨੇ ਕੇਚਰ, ਭੂਚਰ, ਚਾਚਰੀ, ਉਨ ਮਨ ਲੰਘ ਅਗੋਚਰ ਬਾਣਾ। ਇਹ ਪੰਜ, ਇਹਨੂੰ ਵੀ ਮੁਦਰਾ ਅਸੀਂ ਕਹਿੰਦੇ ਨੇ। ਪੰਜ ਮੁਦਰਾ ਇਹ ਲਾਈਆਂ ਜਾਂਦੀਆਂ ਨੇ। ਇਹ ਅੰਤਰ ਦੀਆਂ ਪੰਜ ਮੁਦਰਾ ਨੇ। ਇੱਕ ਵੱਖਰਾ ਵਿਸ਼ਾ ਹੈ, ਇਹਨੂੰ ਕੰਫਿਊਜ਼ ਨਾ ਕਰਨਾ। ਆਪਾਂ ਜਿਹੜਾ ਬਾਹਰ ਦਾ ਮੁਦਰਾ ਹੈ ਉਹਦੀ ਗੱਲ ਕਰ ਰਹੇ ਹਾਂ। ਮੁਦਰਾਸ ਇਹ ਅੰਤਰ ਮੁਦਰਾ ਵੀ ਹੈ। ਸੁਰਤ ਨੂੰ ਕਿਵੇਂ ਟਿਕਾਣਾ ਹੈ। ਕੇਚਰ, ਭੂਚਰ, ਕੇਚਰੀ, ਭੂਚਰੀ, ਚਾਚਰੀ, ਅਗੋਚਰੀ ਉਨ ਮਨੀ। ਕੇਚਰ, ਭੂਚਰ, ਚਾਚਰੀ, ਉਨ ਮਨ ਲੰਘ ਅਗੋਚਰ ਬਾਣਾ। ਇਹ ਸੁਰਤ ਦੀਆਂ ਮੁਦਰਾਵਾਂ ਨੇ। ਇਹ ਅੱਗੇ ਜਾ ਕੇ ਜਦੋਂ ਮਨ ਇਕਾਗਰ ਹੋ ਜਾਏ, ਜਦੋਂ ਸ਼ਕਤੀ ਬੈਠ ਜਾਏ, ਉਲਟੀ ਸ਼ਕਤ ਸ਼ਿਵੈ ਕਰੇ ਆਈ, ਗੁਰ ਪ੍ਰਸਾਦੀ ਉਲਟੀ ਹੋਵੈ। ਦੋਵੇਂ ਤਰਫੈ ਉਪਾਇਓਨ ਵਿੱਚ ਸ਼ਕਤ ਸ਼ਿਵ ਵਾਸਾ। ਦੋਹਾਂ ਸਿਰਿਆਂ ਕਾ ਆਪ ਸੁਆਮੀ। ਰੀੜ੍ਹ ਦੀ ਹੱਡੀ ਥੱਲੇ ਸ਼ਕਤ ਹੈ ਅਤੇ ਬਾਹਰ ਜੋ ਦਸਮ ਦੁਆਰ ਹੈ, ਦਸਮ ਦੁਆਰਾ ਅਗਮ ਅਪਾਰਾ, ਇਦੋਂ 10 ਉਂਗਲਾਂ ਉੱਪਰ ਸ਼ਿਵ ਜੀ ਦਾ ਅਸਥਾਨ ਹੈ। ਦਸਮ ਦੁਆਰਾ ਅਗਮ ਅਪਾਰਾ। ਤੋ ਉਹ ਜੋ ਸ਼ਕਤੀ ਜਦੋਂ ਆਪਣੀ ਜਗ੍ਹਾ 'ਤੇ ਐਸਟੈਬਲਿਸ਼ ਹੋ ਜੇ, ਫਿਰ ਉਲਟੀ ਹੋ ਜੇ, ਔਰ ਫਿਰ ਉਲਟੀ ਸ਼ਕਤ ਸਿਵੈ ਕਰੇ ਆਈ। ਉਲਟਤ ਪਵਨ ਚੱਕਰ ਖੱਟ ਪੇਦੇ, ਸੁਰਤ ਸੁਨ ਅਨੁਰਾਗੀ। ਇਹ ਸਾਰਾ ਕੁਝ ਜ਼ਿਕਰ ਆਉਂਦਾ ਹੈ।
तो इस कुंडलनी नूं, शक्ति नूं, कुंडलनी सुरजी सतसंगत परमानंद गुरु मुख मछा, ਉਹਨੂੰ ਐਸਟੈਬਲਿਸ਼ ਕਰਨਾ, ਉਹਨੂੰ ਐਂਕਰ ਕਰਨਾ, ਆਪਣੀਆਂ ਅੰਦਰ ਦੀਆਂ ਫਰੀਕੁਐਂਸੀਆਸ ਨੂੰ ਐਸਟੈਬਲਿਸ਼ ਕਰਨਾ, ਐਂਕਰ ਕਰਨਾ, ਸਿੰਕਰੋਨਾਈਜ਼ ਕਰਨ ਦਾ ਨਾਂ ਮੁਦਰਾ ਹੈ। ਤੋ ਸੱਜਾ ਆਪਣਾ ਜਿਹੜਾ ਅੰਗੂਠੇ ਹਨ, ਦੋਵੇਂ ਅੰਗੂਠੇ ਔਰ ਆਪਣੀ ਜਿਹੜੀ ਪਹਿਲੀ ਵੱਡੀ ਉਂਗਲ ਹੈ, ਜਿਹਨੂੰ ਜੂਪੀਟਰ ਫਿੰਗਰ ਕਹਿੰਦੇ ਆਪਾਂ ਇੰਗਲਿਸ਼ ਵਿੱਚ, ਇਹਨਾਂ ਦੋਵਾਂ ਨੂੰ ਆਪਸ 'ਚ ਜੋੜ ਲੈਣਾ। ਜਿਹੜੀ ਤੁਹਾਡਾ ਅੰਗੂਠਾ ਹੈ ਇਹ ਰਿਪਰੈਜ਼ੈਂਟ ਕਰਦਾ ਹੈ ਹਉਮੈ ਨੂੰ। ਇਹ ਤੁਹਾਡਾ ਯੂਨਿਕ ਪਰਮਾਤਮਾ ਵੱਲੋਂ, ਬ੍ਰਹਿਮੰਡ ਵੱਲੋਂ ਤੁਹਾਡਾ ਆਈਡੈਂਟੀਟੀ ਕਾਰਡ ਹੈ। ਇਹ ਯੂਨਿਕ ਹੈ, ਸਿਰਫ ਤੁਹਾਡੇ ਕੋਲ ਹੀ ਹੈ। ਇਹ ਤੁਹਾਡੀ ਹਉਮੈ ਦਾ ਪ੍ਰਤੀਕ ਹੈ, ਇਹ ਅਹੰਕਾਰ ਦਾ ਪ੍ਰਤੀਕ ਹੈ, ਇਹ ਸਵੈਮ ਦਾ ਪ੍ਰਤੀਕ ਹੈ ਅੰਗੂਠਾ। ਔਰ ਜਦੋਂ ਜੀਵਨ ਜਿਹੜਾ ਹੈ ਨਾ, ਫਰੀਕੁਐਂਸੀਜ਼ ਹੈ, ਵਾਈਬ੍ਰੇਸ਼ਨਸ ਹੈ, ਜਿਵੇਂ ਆਪਾਂ ਗੱਲ ਕੀਤੀ ਹੈ, ਤੋ ਜਦੋਂ ਮੌਤ ਆਉਂਦੀ ਹੈ ਨਾ, ਮੌਤ ਤੋ ਸਰੀਰ ਦੀਆਂ ਵਾਈਬ੍ਰੇਸ਼ਨਾਂ ਜਿਹੜੀਆਂ ਨੇ, ਫਰੀਕੁਐਂਸੀਆਂ ਜਿਹੜੀਆਂ ਨੇ, ਧੁਨੀਆਂ ਜਿਹੜੀਆਂ ਨੇ, ਨਾਦ ਨੇ, ਠੀਕ ਹੈ ਨਾ, ਉਹ ਬੰਦ ਹੋਣੇ ਸ਼ੁਰੂ ਹੋ ਜਾਂਦੇ ਹਨ। ਤੋ ਸਭ ਤੋਂ ਪਹਿਲਾ ਸਥਾਨ ਸਰੀਰ ਦੇ ਵਿੱਚ ਜਿੱਥੇ ਧੁਨੀਆਂ, ਠੀਕ, ਮੌਤ ਵੇਲੇ ਸਭ ਤੋਂ ਪਹਿਲਾਂ ਸਮਾਪਤ ਹੁੰਦੀਆਂ ਨੇ, the first location in the body which silences when the death process starts is your thumb, ਅੰਗੂਠਾ। ਸਭ ਤੋਂ ਪਹਿਲਾਂ ਸਰੀਰ ਦੀਆਂ ਧੁਨੀਆਂ, ਵਾਈਬ੍ਰੇਸ਼ਨਸ ਮੌਤ ਵੇਲੇ ਸਭ ਤੋਂ ਪਹਿਲਾਂ ਅੰਗੂਠੇ 'ਚ ਸਟਾਪ ਹੁੰਦੀਆਂ ਨੇ। ਜਦੋਂ ਤੁਹਾਡਾ ਅੰਗੂਠਾ ਹਿੱਲਣਾ ਬੰਦ ਹੋ ਜਾਵੇ, ਸਮਝ ਲੈਣਾ 24 ਘੰਟਿਆਂ ਦੇ ਵਿੱਚ ਇਹ ਸਰੀਰ ਸਮਾਪਤ ਹੋ ਜਾਏਗਾ। ਹੋਰ ਵੀ ਨਿਸ਼ਾਨੀਆਂ ਨੇ। ਪਹਿਲੀ ਨਿਸ਼ਾਨੀ ਇਹ ਹੈ, ਤਾਂ ਅੰਗੂਠਾ ਤੁਹਾਡਾ ਸਵੈਮ ਹੈ। ਅਤੇ ਜਦੋਂ ਤੁਹਾਡਾ ਅਹੰਕਾਰ, ਜਦੋਂ ਤੁਹਾਡਾ ਜੀਵਨ ਜੋ ਹੈ ਐਂਡ ਹੋਏਗਾ, ਜਦੋਂ ਤੁਹਾਡਾ ਆਪਾ ਇਸ ਟਾਈਮ ਐਂਡ ਸਪੇਸ 'ਚ ਡਿਲੀਟ ਹੋਏਗਾ, ਤਾਂ ਸਭ ਤੋਂ ਪਹਿਲਾਂ ਤੁਹਾਡਾ ਜੋ ਅੰਗੂਠਾ ਹੈ, ਇੱਥੋਂ ਫਰੀਕੁਐਂਸੀਆਂ ਹਟ ਜਾਣਗੀਆਂ, ਸਟਾਪ ਹੋ ਜਾਣਗੀਆਂ। ਤਾਂ ਅੰਗੂਠਾ ਜਿਹੜਾ ਹੈ ਸਵੈਮ ਹੈ। It represents your lower nature, your ego, ਅਹੰਕਾਰ। ਤਾਂ ਅਗਲੀ ਆ ਗਈ ਜੋ ਪਹਿਲੀ ਉਂਗਲ ਹੈ, ਇਹਨੂੰ ਜੂਪੀਟਰ ਫਿੰਗਰ ਵੀ ਕਹਿੰਦੇ ਨੇ, ਫਸਟ ਫਿੰਗਰ ਵੀ ਕਹਿੰਦੇ ਨੇ ਆਪਾਂ। ਤਾਂ ਇਹ ਜਿਹੜੀ ਇਹ ਹੈ ਗੁਰੂ ਦਾ ਪ੍ਰਤੀਕ। ਜਿਹੜੀ ਪਹਿਲੀ ਉਂਗਲ ਹੈ, ਠੀਕ, ਇਹ ਹੈ ਗੁਰੂ ਦਾ ਪ੍ਰਤੀਕ। ਜਦੋਂ ਵੀ ਤੁਹਾਨੂੰ ਕੋਈ ਡਾਇਰੈਕਸ਼ਨ ਪੁੱਛੇ ਜਾਂ ਕੋਈ ਗੱਲਬਾਤ ਪੁੱਛੇ, ਤਾਂ ਤੁਸੀਂ ਇਸ ਉਂਗਲ ਨਾਲ ਉਸ ਨੂੰ ਡਾਇਰੈਕਟ ਕਰਦੇ ਜੇ। ਤਾਂ ਇਹ ਰਿਪਰੈਜ਼ੈਂਟ ਕਰਦਾ ਹੈ ਤੁਹਾਡਾ ਹਾਇਰ ਸੈਲਫ, ਤੁਹਾਡਾ ਸ਼ੁੱਧ ਸਰੂਪ, ਤੁਹਾਡਾ ਗਿਆਨ ਸਰੂਪ। ਤਾਈਓ ਗਿਆਨ ਦੇਣ ਵੇਲੇ ਹਮੇਸ਼ਾ ਤੁਸੀਂ ਇਹ ਪਹਿਲੀ ਉਂਗਲ ਹੀ ਯੂਜ਼ ਕਰਦੇ ਹੋ। ਤਾਂ ਜਦੋਂ ਤੁਹਾਡਾ ਆਪਾ, ਤੁਹਾਡੀ ਈਗੋ, ਇਹ ਉਸ ਤੁਹਾਡਾ ਗਿਆਨ ਸਰੂਪ ਜੋ ਹੈ, ਤੁਹਾਡਾ ਆਤਮ ਸਰੂਪ ਹੈ, ਜੋ ਸ਼ੁੱਧ ਔਰ ਤੁਹਾਡਾ ਸਤਚਿਤ ਆਨੰਦ ਸਰੂਪ ਹੈ, ਜਿਹੜਾ ਅੰਗੂਠਾ ਹੈ ਇਹ ਰਿਪਰੈਜ਼ੈਂਟ ਕਰਦਾ ਹੈ ਜੀਵ। ਔਰ ਜਿਹੜੀ ਜੂਪੀਟਰ ਫਿੰਗਰ ਹੈ, ਪਹਿਲੀ ਫਿੰਗਰ ਹੈ, ਪਹਿਲੀ ਉਂਗਲ ਹੈ, ਇਹ ਰਿਪਰੈਜ਼ੈਂਟ ਕਰਦੀ ਹੈ ਆਤਮ ਸਰੂਪ। ਤੋ ਜੀਵ ਔਰ ਆਤਮ ਆਪਸ 'ਚ ਇੱਕ ਹੋ ਜਾਣ, ਭਾਵ ਲੀਨ ਹੋ ਜਾਏ। ਜੀਵ ਆਪਣੇ ਆਪ ਨੂੰ ਆਤਮ ਸਰੂਪ ਜਾਣ ਲਏ, ਸਭ ਕੁਛ ਜਾਣੇ ਆਤਮ ਕੀ ਰਹਿਤ। ਜਦੋਂ ਆਤਮਾ ਕੀ ਰਹਿਤ ਵਿੱਚ ਉਹ ਪ੍ਰਵੇਸ਼ ਕਰ ਲਏ, ਤੋ ਜੀਵ ਜੋ ਹੈ ਆਤਮ ਸਰੂਪ ਹੋ ਜਾਏ, ਤੋ ਉਹਦਾ ਅਨੁਭਵ ਹੈ ਬ੍ਰਹਮ। ਜੀਵ ਆਤਮਾ ਦੇ ਵਿੱਚ ਜਦੋਂ ਲੀਨ ਹੋ ਜਾਏ, ਤਾਂ ਉਹ ਆਪਣਾ ਨਿੱਜ ਸਰੂਪ ਬ੍ਰਹਮ ਨੂੰ, ਜੋ ਨਿਰਾਕਾਰ ਸਰੂਪ ਹੈ, ਉਸ ਨੂੰ ਪਛਾਣ ਲੈਂਦਾ ਹੈ। ਤੋ ਜਦੋਂ ਆਪਾਂ ਅੰਗੂਠਾ ਔਰ ਆਪਣੀ ਜੋ ਪਹਿਲੀ ਉਂਗਲ ਹੈ, ਇਹਨੂੰ ਆਪਸ 'ਚ ਜਦੋਂ ਇੱਕ ਕਰ ਦਈਏ, ਤਾਂ ਇਟ ਬਿਕਮਸ ਅ ਸ਼ੂਨਿਆ, ਇਟ ਬਿਕਮਸ ਅ ਜ਼ੀਰੋ। ਇਹ ਉਹ ਨਿਰਾਕਾਰ ਸਰੂਪ ਹੈ। ਤੋ ਇਹ ਗਿਆਨ ਮੁਦਰਾ ਜੋ ਹੈ, ਜਿਸ ਦਾ ਬਾਣੀ 'ਚ ਵੀ ਵਰਣਨ ਹੈ, ਇਹ ਬਹੁਤ ਹੀ ਇੰਪੋਰਟੈਂਟ ਮੁਦਰਾ ਹੈ। ਅੰਜਲੀ ਮੁਦਰਾ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਮੁਦਰਾ ਹੈ ਗਿਆਨ ਮੁਦਰਾ। ਭਾਵ ਜੀਵ ਔਰ ਆਤਮਾ ਦੀ ਅਭੇਦਤਾ ਔਰ ਨਿਰਾਕਾਰ ਬ੍ਰਹਮ ਸਰੂਪ ਦੀ ਪਹਿਚਾਨ, ਸ਼ੂਨਿਆ, ਇਹ ਸ਼ੂਨਿਆ ਬਣ ਜਾਂਦਾ ਹੈ। ਤੋ ਜੋ ਗਿਆਨ ਮੁਦਰਾ ਹੈ,
ਇਹ ਜੀਵ ਨੂੰ ਬ੍ਰਹਮ ਸਰੂਪ ਦਾ ਗਿਆਨ ਦਿੰਦਾ ਹੈ। ਇਹ ਹੈ ਗਿਆਨ ਮੁਦਰਾ। ਤੋ ਇਸ ਤਰ੍ਹਾਂ ਟੋਟਲ ਜਿਵੇਂ ਮੈਂ ਦੱਸਿਆ ਹੈ 84 ਲੱਖ ਮੁਦਰੇ ਇਸ ਨੇ। ਉਹਨਾਂ 'ਚੋਂ ਸਭ ਤੋਂ ਇੰਪੋਰਟੈਂਟ ਮੁਦਰਾ ਅੰਜਲੀ ਮੁਦਰਾ ਅਤੇ ਗਿਆਨ ਮੁਦਰਾ, ਫਿਰ ਸ਼ਨੀ ਮੁਦਰਾ ਵੀ ਹੈ, ਸੂਰਿਆ ਮੁਦਰਾ ਵੀ ਹੈ, ਫਿਰ ਬੁੱਧੀ ਮੁਦਰਾ ਵੀ ਹੈ। ਤੋ ਇਸ ਤਰ੍ਹਾਂ ਕਰਕੇ ਅਨੰਤ ਮੁਦਰਾ, ਸ਼ਿਵ ਮੁਦਰਾ ਵੀ ਹੈ, ਸ਼ਕਤੀ ਮੁਦਰਾ ਵੀ ਹੈ। ਤੋ ਉਹ ਜੋ ਹੈ ਉਹ ਵੱਖ ਵੱਖ ਗੜੀ ਵਿਸ਼ਾ ਹੈ। ਇਹ ਤੁਹਾਡਾ ਸਵਾਲ ਸੀ ਵੀ ਗਿਆਨ ਮੁਦਰਾ ਕੀ ਹੈ। ਤੋ ਗਿਆਨ ਮੁਦਰਾ ਜੋ ਹੈ ਜੀਵ ਔਰ ਬ੍ਰਹਮ ਦੀ ਅਭੇਦਤਾ ਦਾ ਵਰਣਨ ਕਰਦਾ ਹੈ। ਦੇਖੋ ਪ੍ਰਮਾਤਮਾ ਜੋ ਹੈ ਨਾ ਜਾਂ ਕੁਦਰਤ ਔਰ ਕਾਦਰ ਜੋ ਹੈ ਨਾ, ਇਹਨਾਂ ਦਾ ਵਰਣਨ 3 ਸਰੂਪਾਂ 'ਚ ਕੀਤਾ ਜਾਂਦਾ ਹੈ। ਇੱਕ ਅੱਖਰਾਂ ਰਾਹੀਂ, ਇੱਕ ਆਪਣਾ ਗਿਣਤੀ ਰਾਹੀਂ, ਔਰ ਇੱਕ ਸੰਕੇਤ ਰਾਹੀਂ। ਠੀਕ, ਇਨ ਦੀ ਰੈਲਮ ਆਫ ਟਾਈਮ ਐਂਡ ਸਪੇਸ, ਜੋ ਕਾਲ ਦਾ ਜੋ ਸਰੂਪ ਹੈ, ਇਹਦੇ ਭੀਤਰ 3 ਸਰੂਪਾਂ ਰਾਹੀਂ ਕਾਦਰ ਔਰ ਕੁਦਰਤ ਦਾ ਵਰਣਨ ਕੀਤਾ ਜਾ ਸਕਦਾ ਹੈ। ਠੀਕ, ਸਿਰਫ 3 ਅੱਖਰਾਂ ਰਾਹੀਂ, ਠੀਕ, ਗਿਣਤੀ ਰਾਹੀਂ ਔਰ ਸੰਕੇਤ ਰਾਹੀਂ। ਜਿਵੇਂ ਇੱਕ ਓਅੰਕਾਰ ਹੈ, ਇਹਦੇ ਵਿੱਚ 3 ਸਰੂਪਾਂ ਦਾ ਵਰਣਨ ਹੈ। ਏਕਾ ਜੋ ਹੈ ਇਹ ਨੰਬਰ ਹੈ, ਗਣਤ ਹੈ। ਤੋ ਜਿਹੜਾ ਊੜਾ ਹੈ ਉਹ ਅਕਸ਼ਰ ਹੈ, ਉੱਪਰ ਜੋ ਅਰਧਬਿੰਦ ਹੈ ਉਹ ਸੰਕੇਤ ਹੈ। ਠੀਕ, ਤੋ ਪਹਿਲੇ ਹੀ ਸਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਲੇ ਹੀ ਅਕਸ਼ਰ ਵਿੱਚ, ਪਹਿਲੇ ਹੀ ਸਰੂਪ ਵਿੱਚ ਗੁਰੂ ਮਹਾਰਾਜ ਨੇ ਇਹ 3 ਜੋ ਪਾਥਸ ਹਨ ਟੂ ਡਿਸਕ੍ਰਾਈਬ ਦ ਕ੍ਰੀਏਟਰ ਐਂਡ ਕ੍ਰੀਏਸ਼ਨ, ਉਹਦਾ ਵਰਣਨ ਕੀਤਾ ਹੈ। ਤੋ ਇਹ ਜੋ ਮੁਦਰਾਸ ਹਨ, ਦਿਸ ਇਜ਼ ਟੂ ਗਲੋਰੀਫਾਈ ਦ ਡਿਵਾਈਨ ਥਰੂ ਸੰਕੇਤ। ਇਹ ਸੰਕੇਤ ਰਾਹੀਂ, ਅਕਸ਼ਰਾਂ ਰਾਹੀਂ ਵੀ ਕੀਤਾ ਜਾ ਸਕਦਾ ਹੈ, ਜਿਵੇਂ ਕਿ ਹੁਣੇ ਮੈਂ ਵਰਣਨ ਕੀਤਾ ਹੈ। ਫਿਰ ਨੰਬਰਾਂ ਰਾਹੀਂ ਵੀ ਵਰਣਨ ਕੀਤਾ ਜਾਂਦਾ ਹੈ। ਏਕੋ ਏਕ, ਏਕ ਪਾਰ ਬ੍ਰਹਮ, ਲਾਗਾ ਦੂਜਾ ਭਾਉ, ਤ੍ਰੈ ਗੁਣ ਅਤੀਤ। ਠੀਕ, 4 ਪਦਾਰਥ ਜੇ ਕੋ ਮੰਗੈ, 5 ਪ੍ਰਵਾਨ 5 ਪ੍ਰਧਾਨ, 6 ਗਰ 6 ਗੁਰ 6 ਉਪਦੇਸ਼, ਨਹਾਤ ਫਿਰੇ ਲਿਓ 7 ਸਮੁੰਦਰਨ, 8 ਪੈਰ ਅਰਾਧੋ ਪਿਆਰੋ, ਭਗਤੀ 9 ਪ੍ਰਕਾਰਾ। ਠੀਕ, ਤੋ ਇਸ ਤਰ੍ਹਾਂ ਕਰਕੇ ਪ੍ਰਮਾਤਮਾ ਦਾ ਵਰਣਨ, ਕਾਦਰ ਔਰ ਕੁਦਰਤ ਦਾ ਵਰਣਨ ਨੰਬਰਾਂ ਰਾਹੀਂ ਵੀ ਕੀਤਾ ਜਾ ਸਕਦਾ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ 'ਚ ਵਰਤਿਆ ਗਿਆ ਹੈ। ਤੋ 3 ਸਰੂਪ ਹਨ ਉਸ ਬ੍ਰਹਮ ਦਾ ਔਰ ਉਸ ਬ੍ਰਹਮ ਦੀ ਮਾਇਆ ਦਾ ਵਰਣਨ ਕਰਨਾ। ਤੋ ਇਹ ਜੋ ਮੁਦਰਾਸ ਹਨ, ਇਹ ਸੰਕੇਤ ਰਾਹੀਂ ਅਸੀਂ ਉਸ ਬ੍ਰਹਮ ਦਾ ਵਰਣਨ ਕਰ ਰਹੇ ਹਾਂ। ਤੋ ਗਿਆਨ ਮੁਦਰਾ ਲਾਉਣ ਦੇ ਨਾਲ ਮਨ ਇਕਾਗਰ ਹੁੰਦਾ ਹੈ। ਗਿਆਨ ਮੁਦਰਾ ਲਾਉਣ ਦੇ ਨਾਲ ਜੋ 5 ਪ੍ਰਾਣ ਹਨ ਉਹ ਐਸਟੈਬਲਿਸ਼ ਹੁੰਦੇ ਹਨ। ਗਿਆਨ ਮੁਦਰਾ ਲਾਉਣ ਦੇ ਨਾਲ ਅੱਖਾਂ ਦੀ ਜੋ ਹਲਚਲ ਹੈ, ਅੱਖ ਜਿਹੜੀਆਂ ਹਨ ਇਹ ਹਿਲਦੀਆਂ ਹਨ ਜਦੋਂ ਸਰੀਰ ਹਿਲਦਾ ਹੈ, ਔਰ ਜਦੋਂ ਅੱਖਾਂ ਹਿਲਦੀਆਂ ਹਨ ਤਾਂ ਮਨ ਹਿਲਦਾ ਹੈ, ਅਤੇ ਜਦੋਂ ਮਨ ਹਿਲਦਾ ਹੈ ਤਾਂ ਸੰਸਾਰ ਹਿਲਦਾ ਹੈ। ਤੋ ਇਹਨਾਂ ਸਾਰਿਆਂ ਨੂੰ ਐਂਕਰ ਕਰਨ ਵਾਸਤੇ, ਇਹਨਾਂ ਸਾਰਿਆਂ ਨੂੰ ਐਸਟੈਬਲਿਸ਼ ਕਰਨ ਵਾਸਤੇ ਆਪਣੇ ਜੋ ਖੰਡ ਸਰੂਪ ਵਿੱਚ ਅਸੀਂ ਬੈਠੇ ਹਾਂ, ਉਸ ਦਾ ਅਖੰਡ ਸਰੂਪ ਜਾਣਨ ਵਾਸਤੇ ਇਹ ਮੁਦਰਾਸ ਬਣਾਏ ਗਏ ਹਨ। ਮੁਦਰਾ ਮਦਕ ਸਹਿਜ ਤੁਨ ਲਾਗੀ, ਸੁਖ ਮਨ ਪੋਚਨ ਹਾਰੀ ਰੇ। ਗਿਆਨ ਕੀ ਮੁਦਰਾ ਕਵਨ ਅਵਧੂ, ਸਿੱਧ ਕੀ ਕਵਨ ਕਮਾਈ। ਤੋ ਇਤਿਆਦ ਹੋਰ ਵੀ ਬੜਾ ਕੁਝ ਵਰਣਨ ਕੀਤਾ ਜਾ ਸਕਦਾ ਹੈ, ਬਟ ਦਿਸ ਇਜ਼ ਇਨ ਸ਼ਾਰਟ।